जी डॉक्टर साहब साढ़े कोल अगली ईमेल आई है वीर अमरदीप सिंह जी दी ਇਹ ਲਿਖਦੇ ਹਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੈਂ ਟੀਵੀ ਚੈਨਲ ਤੇ ਰਿਕਾਰਡਿੰਗ ਦੇਖੀ ਜਿਸ ਵਿੱਚ ਤੁਸੀਂ 5 ਵਾਟਰ ਡਾਟਰਸ ਐਂਡ ਦਾ ਲਾਇਨਸ ਟੇਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਸਨ ਉਸ ਸੈਗਮੈਂਟ ਵਿੱਚ ਮੇਰੀ ਕਿਤਾਬ ਲੌਸਟ ਹੈਰੀਟੇਜ ਦਾ ਸਿੱਖ ਲੈਗੇਸੀ ਇਨ ਪਾਕਿਸਤਾਨ ਦਾ ਜ਼ਿਕਰ ਕਰਨ ਲਈ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਰੱਬ ਰਾਖਾ ਧੰਨਵਾਦ ਜੀ ਡਾਕਟਰ ਸਾਹਿਬ ਵੀਰ ਅਮਰਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਦੀ ਲਿਖਤ ਸਾਨੂੰ ਅੱਜ ਹੀ ਮਿਲੀ ਹੈ ਜੀ ਔਰ ਜਿਵੇਂ ਅਸੀਂ ਉਹਦੇ 'ਚ ਵੀ ਜ਼ਿਕਰ ਕੀਤਾ ਸੀ ਹਾਲਾਂ ਮੈਨੂੰ ਕਿਤਾਬ ਦੇਖਣ ਦਾ ਮੌਕਾ ਨਹੀਂ ਬਣਿਆ ਲੌਸਟ ਹੈਰੀਟੇਜ ਦਾ ਸਿੱਖ ਲੈਗੇਸੀ ਇਨ ਪਾਕਿਸਤਾਨ ਔਰ ਬੜੀ ਵੈਲ ਰਿਸਰਚ ਬੁੱਕ ਹੈ ਜਿੰਨਾ ਕੁ ਉਹਨਾਂ ਦਾ ਮੈਂ ਰਿਵਿਊ ਦੇਖਿਆ ਔਰ ਅਸੀਂ ਇਹ ਸਮਝਦੇ ਹਾਂ ਕਿ ਜਿਵੇਂ ਪਹਿਲਾਂ ਵੀ ਅਸੀਂ ਡਿਸਕਸ਼ਨ 'ਚ ਇਹ ਗੱਲ ਕਹੀ ਕਿ ਮੰਦੇ ਭਾਗਾਂ ਦੀ ਗੱਲ ਹੈ ਵੀ ਸਾਨੂੰ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ ਜੀ ਨਤੀਜੇ ਦੇ ਤੌਰ ਤੇ ਜੇ ਹੁਣ ਜਸ ਸਿੰਘ ਹੋਰਾਂ ਨੇ ਗੱਲ ਕੀਤੀ ਕਿ ਜਦੋਂ ਤੁਸੀਂ ਸਟੇਟ ਫਾਰਮੇਸ਼ਨ ਦੀ ਗੱਲ ਕਰਦੇ ਹੋ ਸਟੇਟ ਨਾਲ ਜੁੜਿਆ ਢਾਂਚਾ ਉਸ ਨਾਲ ਜੁੜੀਆਂ ਵਿਚਾਰਾਂ ਔਰ ਦੂਸਰਾ ਉਹ ਬਹੁਤ ਅਹਿਮ ਹੁੰਦਾ ਇਹ ਸਿਰਫ ਲਾਲਾ ਲਾਲਾ ਕਰਕੇ ਇੱਧਰ ਨੂੰ ਚਲੇ ਜਾਓ ਉੱਧਰ ਨੂੰ ਚਲੇ ਜਾਓ ਇਹ ਨਹੀਂ ਹੁੰਦਾ ਔਰ ਜੇ ਅਸੀਂ ਅੱਜ ਹਿੰਦੂਤਵਾ ਦਾ ਈਵਨ 95 ਸਾਲ ਬਾਅਦ ਜਿਵੇਂ ਹਿੰਦੂਤਵੀ ਵਿਚਾਰਧਾਰਾ ਭਾਵੇਂ ਬਿਲਕੁਲ ਨਾਜ਼ੀ ਲਾਈਕ ਹੈ ਅਸੀਂ ਉਹਨੂੰ ਰੋਜ਼ ਜਿਹੜਾ ਹੈ ਉਸ ਦੀ ਨਿਖੇਧੀ ਕਰਦੇ ਹਾਂ ਜੀ ਪਰ ਉਹਨਾਂ ਨੇ ਇੱਕ ਵਿਚਾਰਧਾਰਾ ਦੇ ਥੱਲੇ ਆਈਡੀਆਲੋਗ ਪ੍ਰੋਡਿਊਸ ਕੀਤੇ ਭਾਵੇਂ ਉਹ ਗੋਲਵਲਕਰ ਸੀ ਸਾਵਰਕਰ ਸੀ ਜਾਂ ਹੁਣ ਤੱਕ ਨੇ ਫਿਰ ਉਹਨਾਂ ਨੇ ਉਸ ਢਾਂਚੇ ਦਾ ਪਸਾਰ ਕੀਤਾ ਸਮਾਜਿਕ ਲੈਵਲ ਤੇ ਧਾਰਮਿਕ ਲੈਵਲ ਤੇ ਇਤਿਹਾਸਕ ਲੈਵਲ ਤੇ ਜੇ ਉਹਨਾਂ ਨੇ 100 ਇਤਿਹਾਸਕਾਰ ਲੱਭ ਕੇ ਬਿਠਾ ਦਿੱਤੇ ਕਿ ਭਾਈ ਇਹ ਲਿਖੋ ਇਸ ਲਾਈਨ ਦੇ ਉੱਤੇ ਔਰ ਵਿਦਨ 2 ਇਅਰਸ ਉਹਨਾਂ ਨੇ ਸਾਰਾ ਯੂਨੀਵਰਸਿਟੀਜ਼ ਤੋਂ ਲੈ ਕੇ ਸਟੇਟਾਂ ਸਕੂਲਾਂ ਦੀਆਂ ਟੈਕਸਟ ਬੁੱਕਸ ਬਦਲਣੀਆਂ ਸ਼ੁਰੂ ਕੀਤੀਆਂ ਨੇ ਤੇ ਅਸੀਂ ਜੇ ਇਸੇ ਗੱਲ ਨੂੰ ਦੇਖੀਏ ਕਿ ਵੀ ਲਗਭਗ ਜਿਨ ਸਾਲ 'ਚ RSS ਹੋਣਾ ਚਾਹੀਦਾ ਉਦੋਂ ਹੀ ਸ਼੍ਰੋਮਣੀ ਕਮੇਟੀ ਹੋਣੀ ਚਾਹੀਦੀ ਹੈ ਜੀ 95 ਸਾਲ ਦੀ ਜਿਹੜੀ ਤੁਹਾਡੀ ਸਟੈਂਡਿੰਗ ਹੈ ਅਸੀਂ ਅੱਜ ਵੀ ਸਿੱਖ ਇਤਿਹਾਸ ਨਾਲ ਸੰਬੰਧਿਤ 4 ਕਿਤਾਬਾਂ ਵੀ ਸ਼੍ਰੋਮਣੀ ਕਮੇਟੀ ਦੇ ਕਿਸੇ ਇਤਿਹਾਸ ਰਿਸਰਚ ਬੋਰਡ ਤੋਂ ਨਹੀਂ ਸਰੀਆਂ ਕਿ ਭਾਈ ਤੁਸੀਂ ਗੁਰੂ ਸਾਹਿਬਾਨ ਦੇ ਜੀਵਨ ਤੇ ਹੀ ਆਥੈਂਟਿਕ ਜਿਹੜੀ ਹੈ ਕੋਈ ਗੱਲ ਅੱਜ ਹੀ ਮੇਰੀ ਪੌਂਟਾ ਸਾਹਿਬ ਦੇ ਹਵਾਲੇ ਨਾਲ ਕੋਈ ਗੱਲ ਹੋ ਰਹੀ ਸੀ ਉੱਥੇ ਪੰਜਾਬ 'ਚ ਤੇ ਮੈਨੂੰ ਉਹ ਇਤਿਹਾਸ ਦੱਸ ਰਹੇ ਸੀ ਕਿ ਇੱਥੇ ਇਹ ਹੋਇਆ ਉੱਥੇ ਉਹ ਹੋਇਆ ਮੈਂ ਕਿਹਾ ਜੀ ਹੁਣ ਇਹ ਅਸੀਂ ਕਿਸ ਤਰੀਕੇ ਨਾਲ ਇੰਨਾ ਕੁ ਡਿਸਟੋਰਟ ਕਰ ਦਿੱਤਾ ਸਾਡੇ ਇਤਿਹਾਸ ਨੂੰ ਵੀ ਤੇ ਜਿਨ੍ਹਾਂ ਨੇ ਸਟ੍ਰੇਟਨ ਆਊਟ ਕਰਨਾ ਸੀ ਉਹ ਤਾਂ ਸਾਹਮਣੇ ਨਹੀਂ ਆਏ ਜੀ ਔਰ ਸ਼ਾਇਦ ਜਿਨ੍ਹਾਂ ਨੇ ਇੰਡੀਵਿਜੂਅਲ ਐਫਰਟ ਕੀਤੇ ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਦਿੱਤਾ ਜਾਂ ਦੂਸਰਿਆਂ ਨੇ ਕੀਤਾ ਕਿੰਨੇ ਅੱਜ ਵੀ ਜਿਹੜੇ ਲੋਕ ਕੁਝ ਵਿਚਾਰੇ ਡੈਡੀਕੇਸ਼ਨ ਡਿਵੋਸ਼ਨ ਨਾਲ ਲੱਗੇ ਹੋਏ ਨੇ ਉਹਨਾਂ ਦੇ ਕਿੰਨੇ ਕੁ ਐਡਮਾਇਰਰ ਨੇ ਜਾਂ ਉਹਨਾਂ ਨੂੰ ਕਿੰਨਾ ਕੁ ਪੜ੍ਹਦੇ ਨੇ ਜਾਂ ਉਹਨਾਂ ਦੀ ਕਿੰਨੀ ਕੋਈ ਆਰਥਿਕ ਮਦਦ ਹੁੰਦਾ ਜਿਹਦੇ ਕੋਲ 4 ਪੈਸੇ ਨੇ ਉਹ ਤਾਂ ਆਪਣੇ ਖਰਚੇ ਤੇ ਛਪਾ ਦਿੰਦਾ ਹੈ ਜਾਂ ਹੁੰਦਾ ਲੇਕਿਨ ਉਹਨੂੰ ਵੀ ਤਸੱਲੀ ਨਹੀਂ ਹੁੰਦੀ ਜੇ ਉਸ ਦਾ ਕੰਮ ਕਿਸੇ ਨੇ ਐਡਮਾਇਰ ਹੀ ਨਹੀਂ ਕਰਨਾ ਜਾਂ ਉਹਦਾ ਕੌਮ ਨੇ ਫਾਇਦਾ ਨਹੀਂ ਲੈਣਾ ਲਾਇਬ੍ਰੇਰੀਆਂ ਦੇ ਵਿੱਚ ਉਹੀ ਜਿਹੜਾ ਉਹ ਉਹਨਾਂ ਦੇ ਉੱਤੇ ਕੱਟਾ ਜੰਮਿਆ ਹੁੰਦਾ ਜੀ ਔਰ ਇਸ ਤੋਂ ਬਿਨਾ ਕੁਝ ਨਹੀਂ ਸੋ ਮੈਂ ਸਮਝਦਾ ਵੀ ਜਿਵੇਂ ਵੀਰ ਅਮਰਦੀਪ ਸਿੰਘ ਜੀ ਨੇ ਮਿਹਨਤ ਕੀਤੀ ਹੈ ਇਸ ਪ੍ਰੋਜੈਕਟ ਤੇ ਔਰ ਖਾਸ ਤੌਰ ਤੇ ਜਿੱਥੇ ਸਾਡੀ ਆਬਾਦੀ ਡਿਵੈਂਡਲ ਹੁੰਦੀ ਜਾਂਦੀ ਹੈ ਔਰ ਜਿਹੜਾ ਸਾਡਾ ਹੈਰੀਟੇਜ ਆ ਵਿਰਸਾ ਹੈ ਇਮਾਰਤਾਂ ਸਨ ਹਵੇਲੀਆਂ ਸਨ ਦੂਜੀਆਂ ਚੀਜ਼ਾਂ ਸੀ ਉਹ ਖਤਮ ਹੁੰਦੀਆਂ ਜਾਂਦੀਆਂ ਔਰ ਜਿਨ੍ਹਾਂ ਦੇ ਕੋਲ ਨਵੀਂ ਤਬਦੀਲੀ ਨਾਲ ਕਿਸੇ ਢੰਗ ਨਾਲ ਕੁਝ ਬਣਾਉਣਾ ਸੀ ਮੈਂ ਪੜ੍ਹ ਰਿਹਾ ਸੀ ਕਿ ਇੱਕ ਅੱਜ ਪਿਕਚਰ ਸੀ ਟ੍ਰਿਬਿਊਨ 'ਚ ਜਾਂ ਕਿਤੇ ਕਿ ਦਰਬਾਰ ਸਾਹਿਬ ਦੇ ਉੱਪਰ ਜਿੱਥੇ ਰਾਗੀ ਥੱਲੇ ਕੀਰਤਨ ਕਰਦੇ ਨੇ ਉੱਪਰ 4 ਬੀਬੀਆਂ ਉਹ ਬੜੇ ਬ੍ਰਸ਼ ਲੈ ਕੇ ਔਰ ਉੱਥੇ ਜਿਹੜੀ ਨਕਾਸ਼ੀ ਉਹਨੂੰ ਕਹਿੰਦੇ ਨੇ ਉਹਦਾ ਕੰਮ ਕਰ ਰਹੀਆਂ ਸੀ ਔਰ ਉਹਦੇ 'ਚ ਉਹਨਾਂ ਨੇ ਵਿੱਚ ਕਿਤੇ ਲਿਖਿਆ ਸੀ ਉਹਨੇ ਜਿਹੜਾ ਸਟੋਰੀ ਰਾਈਟਰ ਸੀ ਕਿ ਬੇਸ਼ੱਕ ਉੱਥੇ ਕੀਰਤਨ ਤਾਂ ਨਹੀਂ ਕਰਨ ਦਿੰਦੇ ਦਰਬਾਰ ਸਾਹਿਬ 'ਚ ਬੀਬੀਆਂ ਨੂੰ ਪਰ ਉਹਨਾਂ ਦੇ ਕੀਰਤਨ ਕਰਨ ਵਾਲਿਆਂ ਦੇ ਸਿਰ ਤੇ ਚੜ੍ਹ ਕੇ ਉਹ ਨਕਾਸ਼ੀ ਔਰ ਉਹ ਕੋਈ ਹਰਿਆਣੇ ਦਾ ਇਲਾਕਾ ਹੈ ਜਿੱਥੋਂ ਕਿਉਂਕਿ ਉਹਦੇ ਅੰਦਰ ਰੀਸਟੋਰੇਸ਼ਨ ਹੋ ਰਹੀ ਹੈ ਆਰਟ ਵਰਕ ਦੀ ਜੀ ਔਰ ਉਹਦੇ 'ਚ ਜਦੋਂ ਮੈਂ ਦੇਖਿਆ ਕਿ ਵੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਉਹਨੇ ਬੜੇ ਉਸ ਵੇਲੇ ਦੇ ਜਿਹੜੇ ਆਲਾ ਸਾਰੇ ਹੀ ਮੁਗਲ ਸਕੂਲ ਪੇਂਟਿੰਗ ਦਾ ਰਾਜਪੂਤ ਸਕੂਲ ਔਰ ਉਹਦੇ 'ਚੋਂ ਯੂਨੀਕ ਸਿੱਖ ਸਕੂਲ ਕ੍ਰੀਏਟ ਕੀਤਾ ਹੈ ਔਰ ਫਿਰ ਕਿਸ ਤਰੀਕੇ ਨਾਲ ਦਰਬਾਰ ਸਾਹਿਬ ਦਾ ਲਗਭਗ 25-30 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਜ਼ਮਾਨਿਆਂ 'ਚ ਸਾਰੇ ਕੰਮ ਤੇ 64 ਲੱਖ ਕੇ 65 ਲੱਖ ਰੁਪਈਆ ਉਹਨਾਂ ਜ਼ਮਾਨਿਆਂ 'ਚ ਖਰਚ ਕੀਤਾ ਹੈ ਫਿਰ ਸੋਲਿਡ ਸੋਨਾ ਔਰ ਉਹ ਰਣਜੀਤ ਸਿੰਘ ਦੇ ਪੀਰੀਅਡ ਦਾ 1820-25 ਤੋਂ ਲੈ ਕੇ ਲੱਗਾ ਰਿਹਾ ਸੰਤ ਫਤਿਹ ਸਿੰਘ ਦੇ ਜ਼ਮਾਨੇ 'ਚ 1900 ਉਹਨਾਂ ਨੇ ਕਿਹਾ ਜੀ ਆ ਉਤਲਾ ਝਲਕ ਪੀਲੀ ਹੋ ਗਈ ਉਹਨਾਂ ਨੇ ਲਾ ਕੇ ਉਹਦੇ ਤੇ ਉਹਨੂੰ ਐਨ ਲਿਸ਼ਕਾ ਲਿਸ਼ਕੂ ਕੇ ਉੱਤੇ ਫੇਰ ਟੰਗ ਦਿੱਤਾ ਤੇ ਉਹ 5 ਸਾਲ ਨਹੀਂ ਉਹਨੇ ਕੱਢੇ ਔਰ ਫਿਰ ਉਹਨਾਂ ਨੇ ਕਿਹਾ ਟੋੜੇ ਦਾ ਵੇਲਾ ਆਇਆ ਉਹਨੇ ਕਿਹਾ ਜੀ ਇਹ ਤਾਂ ਪਹਿਲੇ ਨਾਲੋਂ ਵੀ ਖਰਾਬ ਹੋ ਗਿਆ
ਔਰ ਫਿਰ ਉਹਨਾਂ ਨੇ ਕਿਹਾ ਜੀ ਨਹੀਂ ਹੁਣ ਅਸੀਂ ਉਹ ਤਾਂਬੇ ਦੇ ਪੱਤਰਿਆਂ ਤੇ ਇਹ ਕਰਾਂਗੇ ਦੂਜਾ। ਇਸੇ ਤਰ੍ਹਾਂ ਉਹ ਨਿਸ਼ਕਾਮ ਸੇਵਾ ਦੇ ਥੱਲੇ ਇੰਗਲੈਂਡ ਤੋਂ ਮਹਿੰਦਰ ਸਿੰਘ, ਉਹ ਪਿੱਛੇ ਕੋਈ ਜੀ ਪੱਤਰਿਆਂ ਦੀ ਸੇਵਾ ਕਰਤੀ, 5 ਸਾਲ ਤੋਂ ਬਾਅਦ ਪਾਣੀ ਸਿਮਰਿਆ ਸੀ ਉਹਨਾਂ ਤੋਂ ਜੀ। ਸੋ ਹੁਣ ਉਹਨਾਂ ਦੇ ਕਹਿਣ ਮੁਤਾਬਕ ਜੋ ਮੀਡੀਆ ਸਟੋਰੀ ਹੈ, ਮੈਨੂੰ ਨਹੀਂ ਪਤਾ ਕਿੰਨਾ ਠੀਕ ਹੈ, ਕਿ ਕੋਈ ਜਿਹੜਾ ਪੁਰਾਤਤਵ ਵਿਭਾਗ ਦਾ ਸਪੈਸ਼ਲਿਸਟ ਐਸਪੀ ਸਿੰਘ ਕੇ ਕੀ ਉਹਦੀ ਦੇਖ ਰੇਖ ਥੱਲੇ ਇਹ ਜਿਹੜਾ ਆਰਟ ਵਰਕ ਵੀ ਹੋ ਰਿਹਾ, ਦੂਜਾ ਪਤਾ ਨਹੀਂ ਕੀ ਬਣਾ ਦੇਣਗੇ ਉਹਦਾ। ਪਰ ਮੈਂ ਸਮਝਦਾ ਵੀ ਈਵਨ ਅਸੀਂ ਤਾਂ ਇਸ ਕਦਰ ਵੀ ਅਵੇਸਲੇ ਰਹੇ ਵੀ ਸ਼੍ਰੋਮਣੀ ਕਮੇਟੀ ਨੇ ਇਤਿਹਾਸ ਦੇ ਇਤਿਹਾਸਿਕ ਦਸਤਾਵੇਜ਼ ਕੀ ਕਰਨੇ ਸੀ ਜਿਹੜੇ ਐਗਜ਼ਿਸਟਿੰਗ ਨੇ, ਔਰ ਬਾਕੀ ਰਹਿੰਦਾ ਕੰਮ ਕਾਰਸੇ ਵਾਲੇ ਬਾਬਿਆਂ ਨੇ ਉਹਨਾਂ ਨੇ ਐਨ ਢਾਹ ਕੇ ਸਾਰੀਆਂ ਇਤਿਹਾਸਕ ਹਵੇਲੀਆਂ ਕੱਟ ਕੇ ਦਰਖਤ ਦੂਜੇ ਬਣਾਤਾ ਲਾਤਾ, ਸੰਗਮਰਮਰ ਸਾਰਾ ਰਾਜਸਥਾਨ ਦਾ ਸੰਗਮਰਮਰ ਬਕਾਤਾ ਸਾਰਾ ਜੀ। ਸੋ ਮੈਂ ਸਮਝਦਾ ਵੀ ਜਿਹੜੇ ਐਫਰਟ ਕਰਦੇ ਨੇ ਇੰਡੀਵਿਜੂਅਲ, ਰਿਮਾਰਕੇਬਲ ਹੈ ਵੀ ਕਿੰਨਾ ਟਾਈਮ, ਕਿੰਨਾ ਸਰਮਾਇਆ, ਕਿੰਨੀਆਂ ਰੁਕਾਵਟਾਂ। ਔਰ ਇਹ ਵੀ ਨਹੀਂ ਪਤਾ ਹੈ ਵੀ ਜਦੋਂ ਕਿਸੇ ਨੇ ਲਿਖ ਦੇਣਾ ਹੁਣ ਤਾਂ ਸਿੱਖਾਂ ਨੇ ਪੜ੍ਹਨਾ ਨਹੀਂ, ਵਿੱਚ ਕੋਈ ਇੱਕ ਅੱਧੀ ਲਾਈਨ ਬਾਰੇ ਕਿਸੇ ਨੇ ਨੈਗੇਟਿਵ ਕੋਈ ਕਮੈਂਟ ਕਰਤਾ ਜੀ ਫਲਾਣੀ ਕਿਤਾਬ 'ਚ ਨੇ ਇਹ ਲਿਖਿਆ, ਉਹਦਾ ਫਿਰ ਸਿਰ ਵੱਢਣ ਨੂੰ ਫਿਰਨਗੇ ਜੀ ਕਿ ਵੀ ਉਹਦੀ ਕੋਈ ਐਪਰੀਸ਼ੀਏਸ਼ਨ ਨਹੀਂ ਹੁੰਦਾ, ਨਾ ਹੀ ਕੋਈ ਇਨ ਟੋਟੋ ਜਾਂਦਾ ਹੈ ਕਿ ਵੀ ਕੀ ਲਿਖਿਆ। ਤੇ ਦੂਜੇ ਪਾਸੇ ਆਰਐਸਐਸ ਵਾਲੇ ਆਪਣੀਆਂ ਕਿਤਾਬਾਂ ਸ਼੍ਰੋਮਣੀ ਕਮੇਟੀ ਤੋਂ ਛਪਵਾ ਰਹੇ ਨੇ ਹਾਂਜੀ, ਔਰ ਪਤਾ ਲੱਗਦਾ ਅੱਛਾ ਇਤਿਹਾਸ 'ਚ ਇਹ ਆ ਗਿਆ, ਉਸ ਤੇ ਜੀ ਵਾਪਸ ਲੈ ਲਈ ਕਿਤਾਬ। ਅਸੀਂ ਕਿਹਨੇ ਵਾਪਸ ਲੈਣੀ, 2 ਸਾਲ ਬਾਅਦ ਕੋਈ ਹੋਰ ਨਵੀਂ ਛਪੀ ਹੁੰਦੀ ਜੀ। ਬਿਲਕੁਲ। ਸੋ ਮੈਂ ਸਮਝਦਾ ਵੀ ਜਦੋਂ ਅਸੀਂ ਕਿਉਂਕਿ ਅਜੇ ਪਹਿਲੀ ਲਿਖਤ ਦਾ ਹੀ ਅਸਰ ਮੇਰੇ ਤੇ ਹੈ ਕਿ ਵੀ ਜੇ ਅਸੀਂ ਕੋਈ ਸਟਰਕਚਰ ਬਣਾਉਣੇ ਨੇ ਤਾਂ ਫਿਰ ਇਹ ਕਲਾ ਨਾਲ ਪਿਆਰ ਨਾ ਹੋਏ, ਆਰਟ ਨਾਲ ਪਿਆਰ ਨਾ ਹੋਏ, ਲਿਖਤ ਨਾਲ ਪਿਆਰ ਨਾ ਹੋਏ, ਪੜ੍ਹਨ ਦਾ ਸ਼ੌਕ ਨਾ ਹੋਏ, ਤੁਸੀਂ ਖੜੇ $50 ਦੇ ਸਮੋਸੇ ਖਾ ਜਾਓ, ਜਲੇਬੀਆਂ ਖਾ ਜਾਓ, 2 ਕਿਤਾਬਾਂ ਤੁਸੀਂ ਖਰੀਦ ਨਾ ਸਕੋ, ਜੇ ਕੋਈ ਦੇ ਵੀ ਤੇ ਉਹ ਕਹੋ ਜੀ ਮੇਰੇ ਕੋਲ ਪੈਸੇ ਟੁੱਟੇ ਨਹੀਂ, ਘਰ ਜਾ ਕੇ ਮੈਂ ਦੇ ਦਾਂ, ਕਿਹਨੇ ਦੇਣੇ ਹੁੰਦੇ ਨੇ, ਤੇ ਘਰ ਲਿਜਾ ਕੇ ਵੀ ਉੱਥੇ ਹੀ ਪਈ ਹੋਏ, ਕੋਈ ਸ਼ੌਕ ਨਹੀਂ। ਔਰ ਇਹ ਚੰਗੇ ਘਰ ਹੈ, ਜੇ ਮੈਂ ਕੋਈ ਅਨਪੜ੍ਹਾਂ ਦੀ ਗੱਲ ਨਹੀਂ ਕਰਦਾ, ਅਨਪੜ੍ਹ ਤਾਂ ਹੁਣ ਬਹੁਤੇ ਹੈ ਹੀ ਨਹੀਂ, ਪੰਜਾਬੀ ਤਾਂ ਆਲਮੋਸਟ ਹਰ ਇੱਕ ਨੂੰ ਆਉਂਦੀ ਹੈ, ਜਿਹੜੇ ਦੂਸਰੀ ਜ਼ਬਾਨ 'ਚ ਅਨਪੜ੍ਹ ਵੀ ਨੇ, ਲੇਕਿਨ ਤੁਸੀਂ ਕਿਸੇ ਘਰ 'ਚ ਜਾ ਕੇ ਦੇਖ ਲਓ ਤੁਹਾਨੂੰ ਕਿਤਾਬ ਨਹੀਂ ਮਿਲੇਗੀ, ਉਹ ਤੁਹਾਨੂੰ ਦੱਸਣਗੇ ਕਿ ਜੀ ਫਰਨੀਚਰ ਇੱਥੋਂ ਬਾਏ ਕੀਤਾ, ਇੱਥੋਂ ਕੀਤਾ, ਪਹਿਲਾਂ 3 ਲੱਖ ਦਾ ਘਰ ਸੀ ਹੁਣ 7 ਲੱਖ ਦਾ ਲੈ ਲਿਆ। ਇਹਨਾਂ ਕੰਮਾਂ 'ਚ ਅਸੀਂ ਜਿਹੜਾ ਇਹ ਤਾਂ ਸਿੱਖੀ ਦਾ ਬੇਸ ਨਹੀਂ ਸੀ ਜੀ ਜੀ। ਅਸੀਂ ਤਾਂ ਬੁੱਧ ਸੋ ਦੀਪਕ ਜਿਉਂ ਜਿਆ ਰਹੇ ਇੱਕ, ਔਰ ਗੁਰੂ ਸਾਹਿਬ ਨੇ 52 ਕਵੀ ਸਿਰਫ ਉੱਥੇ ਪੌਂਟਾ ਸਾਹਿਬ ਦੀ ਧਰਤੀ ਤੇ ਨਹੀਂ, ਲੱਖੀ ਜੰਗਲ ਉੱਥੇ ਵੀ ਕਵੀ, ਇਹ ਆਰਟ ਸੀ, ਆਰਟ ਨੂੰ ਐਡਮਾਇਰ ਕੀਤਾ, ਕਵਿਤਾ ਨੂੰ ਐਡਮਾਇਰ ਕੀਤਾ, ਵਿਦਿਆ ਨੂੰ ਐਡਮਾਇਰ ਕੀਤਾ। ਦਮਦਮਾ ਸਾਹਿਬ ਉਸ ਲਿਖਣ ਸਰ ਦੇ ਵਿੱਚ ਜਿਹੜੀਆਂ ਕਲਮਾਂ ਘੜ ਕੇ ਪਾਈਆਂ, ਸਿਆਹੀ ਪਾਈ ਕਿ ਭਾਈ ਇਹ ਗੁਰੂ ਕੀ ਕਾਂਸ਼ੀ, ਦਮਦਮਾ ਸਾਹਿਬ ਦਾ ਨਾਂ ਹੀ ਗੁਰੂ ਕੀ ਕਾਂਸ਼ੀ ਬਨਾਰਸ ਦਾ ਨਾਂ ਹੈ ਪੁਰਾਣਾ, ਔਰ ਉਹਦਾ ਇਹ ਸੀ ਕਿ ਸੈਂਟਰ ਆਫ ਲਰਨਿੰਗ, ਕਿਉਂਕਿ ਉੱਥੇ ਬੈਠੇ ਨੇ ਵੱਡੇ ਪੰਡਤ ਜਿਹੜੇ ਕਈ ਪੁਸ਼ਤਦਾਰ ਜਿਹੜੇ ਕਿ ਉਸ ਥਾਟ ਪ੍ਰੋਸੈਸ ਨੂੰ ਚਿਜ਼ਲ ਕਰਕੇ ਆਪਣੇ ਥਾਟ ਦਿੰਦੇ ਨੇ। ਉਹਨੂੰ ਕਿਹਾ ਜੀ ਇਹ ਗੁਰੂ ਕੀ ਕਾਂਸ਼ੀ ਹੈ, ਇੱਥੇ ਜਿਹੜੇ ਹੈ ਸਿੱਖ ਸਕਾਲਰ ਨਿਕਲਣਗੇ, ਜਿਹੜੇ ਸਿੱਖ ਵਿਚਾਰਧਾਰਾ ਨੂੰ ਕਰਨਗੇ, ਉੱਥੋਂ ਆ ਬਾਦਲ ਨਿਕਲੇ ਨੇ। ਔਰ ਉੱਥੇ ਆ ਮਾਲਵਾ ਬੈਲਟ 'ਚੋਂ ਤੁਸੀਂ ਦੇਖ ਲਓ ਵੀ ਕੀ ਹਾਲ ਕਰ ਦਿੱਤਾ ਇਹਨਾਂ ਨੇ, ਵੀ ਕਿਸ ਕਿਸਮ ਦਾ ਉੱਥੇ ਲਿਆ ਕੇ ਹਿੰਦੂਤਵਾ ਦੀਆਂ ਜੜ੍ਹਾਂ ਲਾ ਦਿੱਤੀਆਂ ਉਸ ਧਰਤੀ ਦੇ ਉੱਤੇ। ਸੋ ਇਹਨਾਂ ਦਾ ਬਹੁਤ ਸ਼ੁਕਰੀਆ ਅਮਰਦੀਪ ਸਿੰਘ ਜੀ ਦਾ ਕਿ ਉਹਨਾਂ ਨੇ ਸਾਡੇ ਜਿਹੜਾ ਅਸੀਂ ਤਾਂ ਇੱਕ ਕੋਈ ਆਸਾਨ ਨਹੀਂ ਕੀਤਾ, ਔਰ ਮੈਂ ਕਿਉਂਕਿ ਉਸ ਨੂੰ ਅਸੀਂ 5 ਵਾਟਰ ਡਾਟਰਸ ਐਂਡ ਲਾਇਨਸ ਟੇਲ ਨੂੰ ਡਿਸਕਸ ਕਰ ਰਹੇ ਸੀ, ਸੋ ਚੰਗਾ ਹੋਏਗਾ ਕਿ ਸਾਨੂੰ ਅਮਰਦੀਪ ਸਿੰਘ ਜੀ ਸਮੇਂ-ਸਮੇਂ ਲਿਖਦੇ ਵੀ ਰਹਿਣ ਜੀ, ਔਰ ਜਿਵੇਂ ਉਹਨਾਂ ਨੇ ਬੁੱਕ ਫਾਰਮ 'ਚ ਜੋ ਸੰਕਲਨ ਕੀਤਾ ਉਸ ਬਾਰੇ ਜੇ ਕੋਈ ਥੋੜਾ ਆਪਣੇ ਆਰਟੀਕਲ ਫਾਰਮ 'ਚ ਜਾਂ ਈਮੇਲ ਫਾਰਮ 'ਚ ਜਿਹੜਾ ਉਸ ਸਾਰੇ ਰਿਸਰਚ ਦੇ ਦੌਰਾਨ ਉਹਨਾਂ ਨੇ ਅਨੁਭਵ ਕੀਤਾ ਜਾਂ ਉਹਨਾਂ ਦੇ ਸਾਹਮਣੇ ਆਏ ਕੋਈ ਫੈਕਟਸ ਜਿਹੜੇ ਉਹਨਾਂ ਨੂੰ ਅਸੀਂ ਜ਼ਰੂਰ ਰੈਗੂਲਰਲੀ ਇਵਨ ਇਸ ਪ੍ਰੋਗਰਾਮ ਦਾ ਹਿੱਸਾ ਬਣਾ ਸਕਦੇ ਹਾਂ ਜੀ। ਉਹਨਾਂ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਵਿਚਾਰ ਦੇਣ ਤੋਂ ਪਹਿਲਾਂ ਮੈਂ ਇੱਕ ਵਾਰੀ ਫੇਰ ਅਨਾਉਂਸ ਕਰਦੇ ਹਾਂ ਕਿ ਫਤਿਹਗੜ੍ਹ ਸਾਹਿਬ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਜਨਮ ਦਿਵਸ ਨਾਲ ਸੰਬੰਧਿਤ ਜਿਹੜਾ ਸਮਾਗਮ 12 ਫਰਵਰੀ ਨੂੰ ਹੋਇਆ, ਉਸ ਦੀ ਕੰਪਲੀਟ ਰਿਪੋਰਟਿੰਗ ਐਡੀਟਡ ਸਰਟਨਲੀ ਸੈਚਰਡੇ ਤੇ ਸੰਡੇ ਅਸੀਂ 12 ਤੋਂ 3 ਦੁਪਹਿਰੇ ਔਰ ਸ਼ਾਮ ਨੂੰ 8 ਤੋਂ 11 ਜਿਹੜੀ ਹੈ ਉਹ TV84.tv ਤੇ ਬ੍ਰੌਡਕਾਸਟ ਹੋਏਗੀ। ਇਤਿਹਾਸਕ ਸਮਾਗਮ ਹੈ ਔਰ ਬਹੁਤ ਵੱਡਾ ਇਕੱਠ ਔਰ ਬੜਾ ਯੂਨੀਕ ਪਾਰਟ, ਔਰ ਉਹ ਲੋਕ ਵੀ ਜਿਹੜੇ ਕਹਿੰਦੇ ਨੇ ਜੀ ਇੱਥੇ ਬੈਠੇ ਤੁਸੀਂ ਖਾਲਿਸਤਾਨ ਦੀਆਂ ਗੱਲਾਂ ਕਰਦੇ ਹੋ, ਉੱਥੇ ਤਾਂ ਕੋਈ ਖਾਲਿਸਤਾਨ ਮੰਗਦਾ ਨਹੀਂ, ਉਹ ਜ਼ਰੂਰ ਦੇਖ ਲੈਣ ਇਸ ਕਵਰੇਜ ਨੂੰ
ਫਿਰ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਉੱਥੇ ਖਾਲਿਸਤਾਨ ਦੇ ਮੁਦਈ ਕਿੰਨੇ ਨੇ ਜੀ ਜੀ ਔਰ ਕਿਵੇਂ ਉਹ ਜਿਹੜੇ ਨੇ ਉਤਸ਼ਾਹ ਦੇ ਨਾਲ ਖਾਲਿਸਤਾਨ ਦੇ ਝੰਡੇ ਚੁੱਕ ਕੇ ਸ਼ਾਮਲ ਹੋਏ ਨੇ। ਜੀ ਸ਼ਲੋਕ ਕਬੀਰ ਜੀਓ ਕੇ 4 ਸ਼ਲੋਕ ਅਸੀਂ ਅੱਜ ਦੇ ਵਿਚਾਰ ਲਈ ਚੁਣੇ ਨੇ। ਬੜਾ ਸਧਾਰਨ ਬਨਾਰਸ ਦੀ ਬੋਲੀ ਹੈ ਔਰ ਸਮਝਾਉਣ ਲਈ ਸ਼ਲੋਕ ਬੜਾ ਪਾਵਰਫੁਲ ਮੀਡੀਆ ਹੁੰਦਾ ਹੈ। 2 ਦੇ ਲਾਈਨਾਂ ਦੇ ਵਿੱਚ ਹੀ ਗੱਲ ਜਿਹੜੀ ਹੈ ਸਾਫ਼ ਹੋ ਜਾਂਦੀ ਹੈ। ਜੀ कबीर साकत ऐसा है जैसी लसन की खान, कोने बैठे खाइए प्रगट होए निदान। साकत माया दा प्रेमी, दुनियादार, दीनदारी तो दूर। कबीर साहब कहते हैं भी जिहड़ा रब नालों टुटिया है, शक्ति दा पुजारी, माया दा पुजारी है, ਉਹ ਤਾਂ ਉਹਦੀ ਸ਼ਕਲ ਤੁਹਾਨੂੰ ਦੂਰੋਂ ਨਜ਼ਰ ਆ ਜਾਂਦੀ ਹੈ। ਕਿਵੇਂ? ਜਿਵੇਂ ਲਸਣ ਦੀ ਤੁਰੀ ਹੈ। ਲਸਣ ਤੁਸੀਂ ਭਾਵੇਂ ਜਿਸ ਮਰਜ਼ੀ ਖੂੰਜੇ 'ਚ ਬਹਿ ਕੇ ਖਾਓ, ਉਹ ਤਾਂ ਉਹਦੀ ਮੁਸ਼ਕ ਜਿਹੜੀ ਹੈ ਉਹ ਆ ਹੀ ਜਾਣੀ ਹੈ। ਪ੍ਰਗਟ ਹੋਏ ਨਿਦਾਨ ਵੀ ਉਹਨਾਂ ਨੇ ਹੁਣ ਉਹ ਜਿਹੜਾ ਸਾਕਤ ਹੈ ਉਹਨੂੰ ਲਸਣ, ਵੈਸੇ ਲਸਣ ਦੇ ਫਾਇਦੇ ਬੜੇ ਨੇ। ਅਮਰੀਕਨ ਵੀ ਗਾਰਲਿਕ ਬ੍ਰੈਡ ਖਾਂਦੇ ਨੇ, ਉਹ ਤਾਂ ਸਾਡੇ ਕੋਲ ਉਹਨਾਂ ਨੂੰ ਮੁਸ਼ਕ ਆਉਂਦੀ ਹੈ। ਜਿਹਨਾਂ ਘਰਾਂ 'ਚ ਦੇਸੀ ਰਹਿ ਗਏ ਹੁਣ ਉਹਦੇ 'ਚ ਆ ਕੇ ਵੀ ਉਹ ਨੱਕ ਚੜਾਉਣਗੇ ਕਿ ਵੀ ਇਹਨਾਂ ਨੂੰ ਲੱਗਦਾ ਕਿ ਵੀ ਕਰੀ ਕੰਧਾਂ 'ਚੋਂ ਵੀ ਕਰੀ ਨਜ਼ਰ ਆਉਂਦੀ। ਲਾ ਕੇ ਤੜਕੇ ਕੰਧਾਂ ਵੀ ਅਸੀਂ ਜਿਹੜੀਆਂ ਜਿੰਨੇ ਮਰਜ਼ੀ ਰੰਗ ਰੋਗਨ ਕਰੀ ਜਾਓ ਸਾਫ਼ ਨਹੀਂ ਹੁੰਦੀਆਂ, ਤੇ ਉਹਦੇ 'ਚ ਸਭ ਤੋਂ ਜ਼ਿਆਦਾ ਅਸਰ ਲਸਣ ਦਾ ਹੁੰਦਾ। ਆਪ ਗਾਰਲਿਕ ਬ੍ਰੈਡ ਖਾਣਗੇ ਉੱਥੇ ਨਹੀਂ ਉਹਨਾਂ ਨੂੰ ਨਜ਼ਰ ਆਉਂਦਾ। ਪਰ ਕਬੀਰ ਸਾਹਿਬ ਨੇ ਜਦੋਂ ਕਿਹਾ, ਉਹਨਾਂ ਨੇ ਲਸਣ ਨੂੰ ਬਾਣੀ 'ਚ ਅਮਰ ਵੀ ਕਰਤਾ, ਪਰ ਨਾਲ ਇਹ ਵੀ ਉਹਦਾ ਕੰਪੈਰੀਜ਼ਨ ਜਿਹੜਾ ਸਾਕਤ ਦੇ ਨਾਲ ਕਰਤਾ ਕਿ ਵੀ ਉਹਦੀ ਮੁਸ਼ਕ ਤੇ ਉਹਦੀ ਸੰਗਤ। ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ, ਜਿੱਥੇ ਮਰਜ਼ੀ ਹੋਏ ਲਸਣ ਦੀ ਮੁਸ਼ਕ ਆਏਗੀ। ਕਬੀਰ ਮਾਇਆ ਡੋਲਣੀ ਪਵਨ ਝਕੋਲਣ ਹਾਰ, ਸੰਤੋ ਮਾਖਨ ਖਾਇਆ ਛਾਛ ਪੀਏ ਸੰਸਾਰ। ਡੋਲਣੀ ਕਹਿੰਦੇ ਨੇ ਚਾਟੀ ਨੂੰ, ਕਿ ਜਿਹੜੀ ਮਾਇਆ ਹੈ ਦੁਨੀਆਦਾਰੀ ਦੀ, ਇਹ ਉਸ ਚਾਟੀ ਵਾਂਗ ਹੈ, ਪਵਨ ਝਕੋਲਣ ਹਾਰ। ਔਰ ਇਹਨੂੰ ਜਿਵੇਂ ਹਵਾ ਉਹਨੂੰ ਮਾਨੋ ਝਕੋਲ ਰਹੀ ਹੈ, ਉਹਨੂੰ ਰਿੜਕ ਰਹੀ ਹੈ, ਤੇ ਉਹਦੇ ਚੋਂ ਜਿਹੜੇ ਰੱਬ ਦੇ ਬੰਦੇ ਨੇ ਇਸ ਸੰਸਾਰ ਦੇ ਵਿੱਚ, ਭਾਵੇਂ ਮਾਇਆ ਹੀ ਸੰਸਾਰ ਹੈ, ਸੰਸਾਰ ਹੀ ਮਾਇਆ ਹੈ, ਪਰ ਰੱਬ ਦਾ ਬੰਦਾ ਇਸ ਚੋਂ ਮੱਖਣ ਚੁਣੇਗਾ ਕਿ ਉਹ ਇਸ ਚੋਂ ਵੀ ਜੀਵਨ ਦਾ ਪ੍ਰਯੋਜਨ ਲੱਭ ਕੇ ਜੀਵਨ ਨੂੰ ਸਫਲ ਕਰੇਗਾ। ਛਾਛ ਪੀਏ ਸੰਸਾਰ, ਕਿ ਜਿਹੜੇ ਬਾਕੀ ਸੰਸਾਰੀ ਲੋਕ ਨੇ, ਜਿਹੜੇ ਮਾਇਆ ਦੇ ਵਿਹੜੇ ਨੇ, ਮਾਇਆ ਦੇ ਪ੍ਰਭਾਵ ਥੱਲੇ ਨੇ, ਉਹ ਲੱਸੀ ਪੀਣਗੇ। ਮਤਲਬ ਇਹ ਹੈ ਕਿ ਵੀ ਇਸ ਮਾਇਆ ਦੇ ਵਿੱਚ ਰਹਿੰਦੇ ਆ ਵੀ ਰੱਬ ਦੇ ਬੰਦੇ, ਜਿਵੇਂ ਹੰਸ ਬਾਰੇ ਕਹਿੰਦੇ ਨੇ ਵੀ ਉਹਨੇ ਮੋਤੀ ਚੁਗਣੇ ਨੇ, ਉਹਨੇ ਹੋਰ ਕਿਸੇ ਨੂੰ ਨਹੀਂ ਲੈਣਾ। ਕਬੀਰ ਮਾਇਆ ਡੋਲਣੀ ਪਵਨ ਵਹਿ ਹਿਵਤਾਰ। ਹਿਵਤਾਰ ਹੁੰਦਾ ਬਰਫ਼ ਦੀ ਧਾਰ ਵਾਂਗ। ਜੀ ਜਿਨ ਬਲੋਇਆ ਤਿਨ ਖਾਇਆ ਅਵਰ ਬਿਲੋਵਣ ਹਾਰ। ਫਿਰ ਪਹਿਲਾਂ ਉਹਨਾਂ ਨੇ ਕਬੀਰ ਮਾਇਆ ਨੂੰ ਚਾਟੀ ਕਿਹਾ, ਫਿਰ ਚਾਟੀ ਕਿਹਾ, ਤੇ ਫਿਰ ਉਹਨਾਂ ਨੇ ਕਿਹਾ ਕਿ ਵੀ ਇਸ ਦੇ ਵਿੱਚ ਜਿਹੜੀ ਠੰਡੀ ਸੀਤ ਮਾਨੋ ਹਵਾ ਵਗ ਰਹੀ ਹੈ, ਔਰ ਜਿਨ੍ਹਾਂ ਨੇ ਇਸ ਨੂੰ ਰਿੜਕਿਆ, ਮਤਲਬ ਤੱਤ ਨੂੰ ਜੀਵਨ ਦੇ ਵਿੱਚੋਂ ਲੱਭਿਆ, ਉਹਨਾਂ ਨੂੰ ਉਹ ਤੱਤ ਸਾਰ ਮਿਲਿਆ ਔਰ ਉਹਨਾਂ ਦੇ ਅੰਦਰ ਆਨੰਦ ਆਇਆ। ਬਾਕੀ ਜਿਹੜੇ ਨੇ ਐਵੇਂ ਫਜ਼ੂਲ ਦੇ ਵਿੱਚ ਹੀ ਜੰਮ ਕੇ ਮਰ ਗਏ। ਔਰ ਅਖੀਰਲਾ ਕਬੀਰ ਮਾਇਆ ਚੋਰਟੀ ਮੁਸ ਲਾਵੇ ਹਾਟ, ਇੱਕ ਕਬੀਰਾ ਨਾਮ ਉਸੈ ਜਿਨ ਕੀਨੀ 12 ਬਾਟ। ਚੋਰਟੀ ਹੁੰਦਾ ਚੋਰਨੀ ਜੀ, ਚੋਰ ਪੁਲਿੰਗ ਹੈ ਤੇ ਚੋਰਟੀ ਇਸਤਰੀ ਲਿੰਗ ਹੈ। ਸੋ ਕਬੀਰ ਸਾਹਿਬ ਕਹਿੰਦੇ ਨੇ ਇਹ ਮਾਇਆ ਬੜੀ ਚੋਰਨੀ ਹੈ, ਔਰ ਇਹ ਕੀ ਕਰਦੀ ਹੈ? ਮੁਸ ਲਾਵੇ ਹਾਟ। ਇਹ ਠੱਗ ਕੇ, ਇਹ ਪਤਾ ਨਹੀਂ ਲੱਗਦਾ ਕਦੋਂ ਵਿੱਚ ਵੜ ਗਈ, ਭਾਵੇਂ ਬਹੁਤ ਵਾਰੀ ਲੱਗੇਗਾ ਵੀ ਕੀ ਹੈ ਇਹ, ਜਿਹੜੀ ਹੈ ਇਵੇਂ ਠੱਗ ਕੇ ਮੁਸ ਕੇ ਜਿਹੜੀ ਹੈ ਇਹਨੇ ਆਪਣੀ ਹੱਟੀ ਚਲਾਈ ਹੋਈ ਹੈ। ਇੱਕ ਕਬੀਰਾ ਨਾਮ ਉਸ ਹੈ। ਹੁਣ ਇੱਥੇ ਕਬੀਰ ਸਾਹਿਬ ਨੇ ਜਦੋਂ ਆਪਣੇ ਆਪ ਨੂੰ ਕਿਹਾ, ਉਹਨਾਂ ਨੇ ਰੱਬ ਦੇ ਬੰਦਿਆਂ ਦੀ ਗੱਲ ਕੀਤੀ, ਕਿਉਂਕਿ ਕਬੀਰ ਰੱਬ ਨੂੰ ਸਮਰਪਿਤ ਨੇ ਕਿ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਨੇ ਉਹ ਇਸ ਮਾਇਆ ਤੋਂ ਠੱਗੇ ਨਹੀਂ ਜਾਂਦੇ। ਇੱਕ ਕਬੀਰਾ ਨਾਮ ਉਸ ਹੈ ਜਿਨ ਕੀਨੀ 12 ਬਾਟ। ਉਹਨਾਂ ਨੇ ਦੂਸਰਾ ਰਸਤਾ ਚੁਣਿਆ ਹੋਇਆ, ਉਹਨਾਂ ਦਾ ਰਸਤਾ ਮਾਇਆ ਦਾ ਰਸਤਾ ਨਹੀਂ ਹੈ, ਬਾਹਰਲੀ ਬਾਟ ਹੈ। ਉਹ ਰਸਤਾ ਰੱਬ ਦਾ ਰਸਤਾ ਹੈ, ਤੇ ਜਿਹੜਾ ਰੱਬ ਦੇ ਰਸਤੇ ਤੇ ਤੁਰਨ ਵਾਲਾ ਉਹਨਾਂ ਨੂੰ ਫਿਰ ਮਾਇਆ ਜਿਹੜੀ ਹੈ ਉਹ ਨਾ ਭਰਮਾ ਸਕਦੀ ਹੈ, ਨਾ ਤੋੜ ਸਕਦੀ ਹੈ, ਨਾ ਡੇਗ ਸਕਦੀ ਹੈ, ਨਾ ਨਿਗਲ ਸਕਦੀ ਹੈ। ਤੇ ਬਾਕੀ ਦੁਨੀਆ ਨੂੰ ਵਿਣ ਦੰਤਾਂ ਜੱਗ ਖਾਇਆ। ਮਾਇਆ ਦੇ ਦੰਦ ਨਹੀਂ ਹੁੰਦੇ, ਪਰ ਉਹ ਹੀ ਨਿਗਲ ਜਾਂਦੀ ਹੈ, ਔਰ ਬਹੁਤਿਆਂ ਨੂੰ ਨਿਗਲਿਆ ਹੋਇਆ ਜੀ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।